ਵੱਲ ਤੋਂ ਪਹਿਲਾਂ ਪਿੰਡ ਘੁੱਗ ਵਸਦਾ ਸੀ। ਜੇਕਰ ਤੁਹਾਨੂੰ ਕਿਸੇ ਵਸਤੂ ਦੀ ਲੋੜ ਪੈਂਦੀ ਸੀ ਤੇ ਉਹ ਸਰਾਏ ਅਮਾਨਤ ਖਾਂ ਤੋਂ ਤੁਹਾਨੂੰ ਸਹਿਜੇ ਹੀ ਮਿਲ ਜਾਂਦੀ ਸੀ। ਤਾਜ ਮਹਿਲ ਦਾ ਜੋ ਅਜੂਬਾ ਹੈ ਉਸ ਵਿੱਚ ਐਤਾਂ ਜਿਹੜੀਆਂ ਲਿਖੀਆਂ ਉਹ ਅਮਾਨਤ ਖਾਂ ਵੱਲੋਂ ਹੀ ਲਿਖੀਆਂ ਗਈਆਂ ਸਨ। ਉਹੀ ਇੱਟਾਂ ਸਰਾਂ ਦੀਆਂ ਉਧੇੜ ਕੇ ਸ੍ਰੀ ਤਰਨਤਾਰਨ ਸਾਹਿਬ ਵਾਲੇ ਪਾਵਨ ਸਰੋਵਰ ਤੇ ਲਗਾਈਆਂ ਸਨ ਕਰੀਬ ਪੌਣੇ 200 ਸਾਲ ਬਾਅਦ। ਜਿੰਨੇ ਲੋਕ ਹੈਗੇ ਇਸ ਏਰੀਏ ਦੇ ਵਿੱਚ ਅੱਧਿਓਂ ਜ਼ਿਆਦਾ ਨਸ਼ੇ ਦੇ ਵਿੱਚ ਲਗਾਨ ਹੋਏ, ਲੋਕਾਂ ਨੂੰ ਰੋਜ਼ਗਾਰ ਨਹੀਂ ਹੈਗਾ। ਜੇ ਟੂਰਿਜ਼ਮ ਵਧੂਗਾ ਲੋਕਾਂ ਨੂੰ ਰੋਜ਼ਗਾਰ ਵਧੂਗਾ। ਸਾਨੂੰ ਰੋਜ਼ਗਾਰ ਚਾਹੀਦਾ ਵਾ ਇੱਥੇ। ਜੇ ਟੂਰਿਜ਼ਮ ਨਾਲ ਰੋਜ਼ਗਾਰ ਆਉਂਦਾ ਤਾਂ ਇਸ ਤੋਂ ਵੱਧ ਹੋਰ ਆਪਾਂ ਨੂੰ ਕੀ ਚਾਹੀਦਾ ਜੀ। ਮੁਗਲ ਕਾਲ ਦੇ ਦੌਰਾਨ ਲਾਹੌਰ ਤੋਂ ਚੜ੍ਹਦੇ ਵਾਲੇ ਪਾਸੇ 4 ਸਰਾਵਾਂ ਦਾ ਨਿਰਮਾਣ ਕਰਵਾਇਆ ਗਿਆ, ਜਿਨ੍ਹਾਂ ਦੇ ਵਿੱਚੋਂ ਇੱਕ ਸੀ ਸਰਾਏ ਅਮਾਨਤ ਖਾਂ। ਭਾਰਤੀ ਇਤਿਹਾਸ ਦੇ ਵਿੱਚ ਸਰਾਏ ਅਮਾਨਤ ਖਾਂ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ, ਖਾਸ ਤੌਰ ਤੇ ਦੁਨੀਆ ਦੇ 7 ਅਜੂਬਿਆਂ ਚੋਂ ਇੱਕ ਤਾਜ ਮਹਿਲ ਤੇ ਜੋ ਮੀਨਾਕਾਰੀ ਹੋਈ, ਖਾਸ ਕਰ ਜਿੰਨੀਆਂ ਵੀ ਕੁਰਾਨ ਦੀਆਂ ਆਇਤਾਂ ਉਕਰੀਆਂ ਗਈਆਂ ਉਹ ਸਭ ਅਮਾਨਤ ਖਾਂ ਦੀ ਹੀ ਦੇਣ ਸੀ। ਵਿਰਾਸਤਨਾਮਾ 'ਚ ਅੱਜ ਤੁਹਾਨੂੰ ਸੈਰ ਕਰਾਉਂਦੇ ਆ ਸਰਾਏ ਅਮਾਨਤ ਖਾਂ ਦੀ। ਜ਼ਿਲ੍ਹਾ ਤਰਨਤਾਰਨ ਤੋਂ 24 ਕਿਲੋਮੀਟਰ ਦੂਰ ਅਟਾਰੀ ਰੋਡ ਤੇ ਸਥਿਤ ਸਰਾਏ ਅਮਾਨਤ ਖਾਂ। ਮੁਗਲ ਕਾਲ ਦੇ ਦੌਰਾਨ ਇਮਾਰਤ ਕਲਾ ਦਾ ਬਹੁਤ ਵਿਕਾਸ ਹੋਇਆ। ਖਾਸ ਕਰ ਸ਼ਾਹਜਹਾਂ ਦੇ ਸਮੇਂ ਇਮਾਰਤ ਕਲਾ ਸਿਖਰ ਤੇ ਸੀ। ਇਸੇ ਦੌਰਾਨ ਸੰਸਾਰ ਪ੍ਰਸਿੱਧ ਇਮਾਰਤਾਂ ਦਾ ਨਿਰਮਾਣ ਵੀ ਹੋਇਆ, ਜਿਨ੍ਹਾਂ ਵਿੱਚੋਂ ਤਾਜ ਮਹਿਲ ਵੀ ਇੱਕ ਸੀ, ਜੋ ਅੱਜ ਦੁਨੀਆ ਦੇ 7 ਅਜੂਬਿਆਂ ਚੋਂ ਇੱਕ ਹੈ। ਇਸੇ ਕਾਲ ਦੇ ਦੌਰਾਨ ਹੀ ਸਰਾਏ ਅਮਾਨਤ ਖਾਂ ਤਿਆਰ ਕਰਵਾਈ ਗਈ, ਜਿਸ ਨੂੰ ਮੀਨਾਕਾਰੀ ਕਰਕੇ ਤਾਜ ਮਹਿਲ ਦੀ ਤਰ੍ਹਾਂ ਹੀ ਸਜਾਇਆ ਗਿਆ। ਈਰਾਨ ਦਾ ਰਹਿਣ ਵਾਲਾ ਅਮਾਨਤ ਖਾਂ, ਜਿਸ ਦਾ ਅਸਲ ਨਾਮ ਅਬਦੁਲ ਹਕ ਸੀ, ਜੋ 1609 ਈਸਵੀ 'ਚ ਜਹਾਂਗੀਰ ਦੇ ਸਮੇਂ ਭਾਰਤ ਆਇਆ। ਅਮਾਨਤ ਖਾਂ ਬਾਦਸ਼ਾਹ ਜਹਾਂਗੀਰ ਦੇ ਦੀਵਾਨ ਅਫਜ਼ਲ ਖਾਂ ਦਾ ਭਰਾ ਸੀ। ਮੁਗਲ ਬਾਦਸ਼ਾਹ ਸ਼ਾਹਜਹਾਂ ਵੱਲੋਂ ਆਪਣੀ ਬੇਗਮ ਨੂਰ ਜਹਾਂ ਦੀ ਯਾਦ 'ਚ ਜੋ ਤਾਜ ਮਹਿਲ ਬਣਾਇਆ ਗਿਆ, ਉਸ ਵਿੱਚ ਕੁਰਾਨ ਦੀਆਂ ਆਇਤਾਂ ਅਮਾਨਤ ਖਾਂ ਪਾਸੋਂ ਹੀ ਲਿਖਵਾਈਆਂ ਗਈਆਂ। ਉਸ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਹੀ ਮੁਗਲ ਬਾਦਸ਼ਾਹ ਨੇ ਅਬਦੁਲ ਹਕ ਨੂੰ ਅਮਾਨਤ ਖਾਂ ਦਾ ਦਰਜਾ ਦਿੱਤਾ ਤੇ ਇਸ ਨਗਰ ਦੀ ਜ਼ਮੀਨ ਵੀ ਇਨਾਮ ਵਜੋਂ ਬਖਸ਼ੀ ਸੀ। ਮੁਗਲਾਂ ਦੇ ਕਾਲ ਸਮੇਂ ਪਹਿਲਾਂ ਆਵਾਜਾਈ ਦੇ ਜਿਹੜੇ ਸਾਧਨ ਆ ਉਹ ਬਹੁਤ ਘੱਟ ਹੁੰਦੇ ਸਨ, ਜਿਸ ਕਾਰਨ ਆਮ ਲੋਕ ਪੈਦਲ ਚੱਲ ਕੇ ਜਾਂ ਘੋੜਿਆਂ 'ਤੇ ਸਫ਼ਰ ਕਰਦੇ ਸਨ। ਵਪਾਰੀ ਲੋਕ ਵੀ ਘੋੜਿਆਂ ਦਾ ਇਸਤੇਮਾਲ ਕਰਦੇ ਸਨ, ਲੇਕਿਨ ਰਾਜੇ ਮਹਾਰਾਜੇ ਹਾਥੀਆਂ 'ਤੇ ਸਵਾਰੀ ਕਰਿਆ ਕਰਦੇ ਸਨ ਔਰ ਉਹਨਾਂ ਦੀਆਂ ਬੇਗਮਾਂ ਉਹ ਰੱਥ 'ਤੇ ਸਵਾਰ ਹੋ ਕੇ ਇਹ ਸਫ਼ਰ ਜਿਹੜਾ ਉਹ ਤੈਅ ਕਰਦੀਆਂ ਸਨ। ਔਰ ਕਿਉਂਕਿ ਲਾਹੌਰ ਤੋਂ ਦਿੱਲੀ ਜਾਣਾ ਜਿਹੜਾ ਵਾ ਉਹ ਇੱਕ ਦਿਨ ਵਾਸਤੇ ਆਮ ਬੰਦੇ ਵਾਸਤੇ ਜਿਹੜਾ ਉਹ ਸੌਖਾ ਨਹੀਂ, ਜਿਸ ਕਾਰਨ ਹਕੂਮਤ ਨੇ ਲਾਹੌਰ ਤੋਂ ਲੈ ਕੇ ਗੋਂਦਵਾਲ ਤੱਕ 4 ਸਰਾਵਾਂ ਦਾ ਜਿਹੜਾ ਵਾ ਨਿਰਮਾਣ ਕੀਤਾ, ਜਿਨ੍ਹਾਂ ਵਿੱਚ ਪਹਿਲੀ ਸਰਾਏ ਅਮਾਨਤ ਖਾਂ, ਉਸ ਤੋਂ ਅੱਗੇ ਨੂਰਦੀ ਦੀ ਸਰਾਂ, ਉਸ ਤੋਂ ਅੱਗੇ ਨਰੰਗਾਬਾਦ ਅਤੇ ਚੌਥੀ ਫਤਿਆਬਾਦ ਹੈ। ਜਿੱਥੋਂ ਤੱਕ ਸਰਾਏ ਅਮਾਨਤ ਖਾਂ ਦਾ ਸੰਬੰਧ ਹੈ, ਇਹ ਜਦੋਂ ਅਬਦੁਲ ਹਕ ਨੂੰ ਇੱਥੇ ਜਗੀਰ ਅਲਾਟ ਹੋਈ ਤਾਂ ਜਿਹੜੇ ਪੁਰਾਣੇ ਰਾਜੇ ਮਹਾਰਾਜੇ ਜਾਂ ਵੱਡੇ ਵਜ਼ੀਰ ਜਾਂ ਅਹਿਲਕਾਰ ਹੁੰਦੇ ਸਨ, ਉਹ ਲੋਕਾਂ ਦੀਆਂ ਸੁੱਖ ਸਹੂਲਤਾਂ ਲਈ ਕੰਮ ਕਰਿਆ ਕਰਦੇ ਸਨ। ਇਸ ਕਰਕੇ ਅਮਾਨਤ ਖਾਂ ਨੇ ਲੋਕਾਂ ਦੀ ਸੁੱਖ ਸਹੂਲਤ ਲਈ ਜਿਹੜਾ ਵਾ ਸਰਾਏ ਅਮਾਨਤ ਖਾਂ ਦਾ ਜਿਹੜਾ ਉਹ ਨਿਰਮਾਣ ਕਰਵਾਇਆ। ਕਾਬਲ ਕੰਧਾਰ ਦੇ ਵਪਾਰੀ ਸੁੱਕੇ ਮੇਵਿਆਂ ਦਾ ਵਪਾਰ ਕਰਨ ਦੇ ਲਈ ਸਰਾਏ ਅਮਾਨਤ ਖਾਂ ਆਉਂਦੇ ਸਨ। ਸਰਾਂ ਦੇ ਬਾਹਰ ਊਠਾਂ ਘੋੜਿਆਂ ਦੀ ਜਿੱਥੇ ਮੰਡੀ ਲੱਗਦੀ ਸੀ, ਉੱਥੇ ਸਰਾਂ 'ਚ ਊਠਾਂ ਘੋੜਿਆਂ ਦੇ ਠਹਿਰਾਵ ਦਾ ਵੀ ਖਾਸ ਪ੍ਰਬੰਧ ਸੀ।
ਜਦੋਂ ਸਰਾਏ ਅਮਾਨਤ ਖਾਂ ਦਾ ਨਿਰਮਾਣ ਕੀਤਾ ਗਿਆ, ਉਸ ਸਮੇਂ ਇਹ ਇਲਾਕੇ ਵਿੱਚ ਬੜੀ ਵੱਡੀ ਪਸ਼ੂ ਮੰਡੀ ਵੱਲੋਂ ਜਿਹੜੀ ਆ ਉਹ ਕੰਮ ਕਰਦੀ ਸੀ। ਇਸੇ ਕਰਕੇ ਹੀ ਸਰਾਂ ਦੇ ਵਿੱਚ ਊਠਾਂ, ਘੋੜਿਆਂ, ਮੱਝਾਂ ਆਦਿ ਦਾ ਜਿਹੜਾ ਹਾਥੀਆਂ ਦਾ ਜਿਹੜਾ ਵਾ ਰਹਿਣ ਵਾਸਤੇ ਜਿਹੜਾ ਵਾ ਉਹ ਵਿੱਚ ਸਪੈਸ਼ਲ ਦਬੇਲੇ ਬਣਾਏ ਗਏ ਸਨ, ਜਿਹੜੇ ਆ ਤੁਸੀਂ ਅੱਜ ਵੀ ਵੇਖ ਸਕਦੇ ਹੋ। ਔਰ ਇਸ ਤੋਂ ਇਲਾਵਾ ਇੱਥੇ ਜਿਹੜੀ ਆ ਉਹ ਸੁੱਕੇ ਮੇਵਿਆਂ ਦੀ ਮੰਡੀ ਲੱਗਦੀ ਹੁੰਦੀ ਸੀ ਔਰ ਕਾਬਲ ਕੰਢਾਰ ਦੇ ਜਿਹੜੇ ਵਪਾਰੀ ਆ ਉਹ ਇੱਥੇ ਵਪਾਰ ਕਰਨ ਲਈ ਆਇਆ ਕਰਦੇ ਸਨ। ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਵੇਗਾ ਸਮਕਾਲੀ ਪ੍ਰਸਿੱਧ ਲੇਖਕ ਚੰਦਰਭਾਨ ਬ੍ਰਾਹਮਣ ਅਨੁਸਾਰ ਆਪਣੇ ਭਰਾ ਦੀ ਮੌਤ ਤੋਂ ਬਾਅਦ ਅਮਾਨਤ ਖਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਸੇਵਾ ਮੁਕਤ ਹੋ ਆਪਣਾ ਵੱਖਰਾ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ। 1640 ਈਸਵੀ 'ਚ ਅਮਾਨਤ ਖਾਂ ਨੇ ਜਿੱਥੇ ਜਾਗੀਰ ਮਿਲਣ ਤੇ ਸਰਾਂ ਦਾ ਨਿਰਮਾਣ ਕਰਵਾਇਆ, ਉੱਥੇ ਕਮਰਿਆਂ ਤੋਂ ਇਲਾਵਾ ਬਾਰਾਂਦਰੀ ਤੇ ਮਸਜਿਦ ਵੀ ਤਿਆਰ ਕਰਵਾਈ, ਕਿਉਂਕਿ ਮੁਗਲ ਕਾਲ ਦੇ ਦੌਰਾਨ ਜਿੱਥੇ ਸਰਾਂ ਬਣਾਈ ਜਾਂਦੀ ਉੱਥੇ ਮਸਜਿਦ ਦਾ ਬਣਾਉਣਾ ਵੀ ਲਾਜ਼ਮੀ ਸੀ। ਕਿਹਾ ਜਾਂਦਾ ਹੈ ਕਿ ਮੁਗਲ ਕਾਲ ਦੇ ਦੌਰਾਨ ਸਰਾਏ ਅਮਾਨਤ ਖਾਨ ਦੇ ਵਿੱਚ ਸਿੱਖ, ਹਿੰਦੂ ਤੇ ਮੁਸਲਮ ਭਾਈਚਾਰਕ ਸਾਂਝ ਵੇਖਿਆ ਹੀ ਬਣਦੀ ਸੀ। ਅੱਜ ਵੀ ਇਸ ਪਿੰਡ ਦੇ ਵਿੱਚ ਮੁਗਲ ਕਾਲ ਦੇ ਸਮੇਂ ਦੇ ਮੰਦਿਰ ਤੇ ਮਸਜਿਦ ਮੌਜੂਦ ਹਨ। ਸਰਾਏ ਅਮਾਨਤ ਖਾਨ ਦੇ ਨਿਰਮਾਣ ਸਮੇਂ ਜੋ 2 ਦਰਵਾਜ਼ੇ ਤਿਆਰ ਕਰਵਾਏ ਗਏ, ਇਹਨਾਂ ਚੋਂ ਇੱਕ ਦਰਵਾਜ਼ੇ ਦਾ ਨਾਂ ਦਿੱਲੀ ਦਰਵਾਜ਼ਾ ਤੇ ਦੂਜੇ ਦਾ ਨਾਂ ਲਾਹੌਰ ਦਰਵਾਜ਼ਾ ਹੈ। ਮਸਜਿਦ ਤੇ ਦੋਹਾਂ ਦਰਵਾਜ਼ਿਆਂ ਤੇ ਕੁਰਾਨ ਦੀਆਂ ਆਇਤਾਂ ਉਕਰੀਆਂ ਹੋਈਆਂ ਸਨ ਤੇ ਮੀਨਾਕਾਰੀ ਹੋਈ ਸੀ। ਆਇਤਾਂ ਤਾਂ ਭਾਵੇਂ ਨਹੀਂ, ਪਰ ਮੀਨਾਕਾਰੀ ਦੇ ਕੁਝ ਅੰਸ਼ ਅੱਜ ਵੀ ਧੁੰਦਲੇ ਜਿਹੇ ਨਜ਼ਰ ਆਉਂਦੇ ਹਨ। ਦੇਸ਼ ਦੀ ਵੰਡ ਤੋਂ ਪਹਿਲਾਂ ਸਰਾਏ ਅਮਾਨਤ ਖਾਨ ਦਾ ਵਿਹੜਾ ਵਪਾਰਕ ਕੇਂਦਰ ਵਜੋਂ ਕੰਮ ਕਰਦਾ ਸੀ। ਮੇਨ 2 ਗੇਟ ਆ, ਦਿੱਲੀ ਦਰਵਾਜ਼ਾ ਔਰ ਲਾਹੌਰ ਦਰਵਾਜ਼ਾ। ਜਿਹੜਾ ਦਿੱਲੀ ਦਰਵਾਜ਼ਾ ਵਾ ਇਹਦੇ ਉੱਪਰ ਜਿਹੜਾ 8 ਬਾਈ ਜਿਹੜਾ 8 ਫੁੱਟ ਗੁੰਬਦ ਬਣਿਆ ਵਾ, ਉਹ ਜਿਹੜਾ ਵਾ ਇੱਕ ਡਿੱਗ ਕੇ ਤੇ ਟੱਟ ਚੁੱਕਾ ਵਾ। ਸਰਾਏ ਅਮਾਨਤ ਖਾਂ ਦਾ ਜਦੋਂ ਨਿਰਮਾਣ ਕੀਤਾ ਗਿਆ ਸੀ, ਆ ਤੁਸੀਂ ਦੇਖ ਰਹੇ ਜੇ ਕਿ ਡਿਓੜੀ ਤੋਂ ਅੱਗੇ ਲੰਘਦਿਆਂ ਹੀ ਦੋਹੀਂ ਪਾਸੇ ਜਿਹੜੇ ਆ ਉਹ ਵਿਸ਼ਰਾਮ ਘਰ ਹਨ। ਜਦੋਂ ਵਪਾਰੀ ਜਾਂ ਆਮ ਜਨਤਾ ਇੱਥੇ ਪਹੁੰਚਦੀ ਔਰ ਉਹ ਇਹਨਾਂ ਵਿਸ਼ਰਾਮ ਘਰਾਂ ਦੇ ਵਿੱਚ ਜਿਹੜਾ ਵਾ ਉਹ ਵਿਸ਼ਰਾਮ ਕਰਿਆ ਕਰਦੇ ਸੀ। ਔਰ ਇਹ ਜਿੰਨੇ ਵੀ ਸਰਾਂ ਦਾ ਨਿਰਮਾਣ ਹੋਇਆ ਹੈ, ਇਹ ਸਾਰੀਆਂ ਹੀ ਨਾਨਕਸ਼ਾਹੀ ਇੱਟਾਂ ਦਾ ਆਇਆ ਹੈ। ਲੇਕਿਨ ਪਾਕਿਸਤਾਨ ਵੰਡ ਤੋਂ ਪਹਿਲਾਂ ਇਹ ਜਿਹੜਾ ਵਾ ਪਿੰਡ ਘੁੱਗ ਵਸਦਾ ਸੀ ਔਰ ਕਿਹਾ ਜਾਂਦਾ ਹੈ ਕਿ ਲਾਹੌਰ, ਤਰਨਤਾਰਨ ਅਤੇ ਅੰਮ੍ਰਿਤਸਰ ਤੋਂ ਇਲਾਵਾ ਜੇਕਰ ਤੁਹਾਨੂੰ ਕਿਸੇ ਵਸਤੂ ਦੀ ਲੋੜ ਪੈਂਦੀ ਸੀ ਤੇ ਉਹ ਸਰਾਏ ਅਮਾਨਤ ਖਾਂ ਤੋਂ ਤੁਹਾਨੂੰ ਸਹਿਜੇ ਹੀ ਮਿਲ ਜਾਂਦੀ ਸੀ। ਇਹ ਆਪਾਂ ਕਹਿ ਸਕਦੇ ਹਾਂ ਕਿ ਇਹ ਆਪਣਾ ਵਪਾਰਕ ਕੇਂਦਰ ਵੀ ਸੀ। ਔਰ ਇਹ ਜਿਹੜੀ ਸਰਾਂ ਆ ਇਹ ਨਾਨਕਸ਼ਾਹੀ ਇੱਟਾਂ ਦੀ ਬਣੀ ਹੋਈ ਆ। ਔਰ ਆਪਣਾ ਆਰਾਮ ਘਰਾਂ ਤੋਂ ਅੱਗੇ ਤੁਸੀਂ ਜਾਓਗੇ ਤਾਂ ਦੇਖੋਗੇ ਵੀ ਇੱਕ ਪਾਸੇ ਜਿਹੜਾ ਵਾ ਮਸਜਿਦ ਬਣੀ ਹੈ, ਮਸਜਿਦ ਬਣੀ ਹੋਈ ਹੈ, ਔਰ ਦੂਜੇ ਪਾਸੇ ਜਿਹੜਾ ਵਾ ਉਹ ਮੰਦਿਰ ਹੈ, ਜਿਹਦੇ ਤੋਂ ਇਹ ਗੱਲ ਜਿਹੜੀ ਆ ਭਲੀ ਭਾਂਤ ਸਪਸ਼ਟ ਹੋ ਜਾਂਦੀ ਹੈ ਕਿ ਇੱਥੇ ਜਿਹੜੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਜਿਹੜੇ ਸਾਰੇ ਹੀ ਆ ਉਹ ਬੜੇ ਪ੍ਰੇਮ ਪਿਆਰ ਦੇ ਨਾਲ ਰਹਿੰਦੇ ਸਨ ਔਰ ਇੱਕ ਦੂਜੇ ਦਾ ਸਤਿਕਾਰ ਕਰਦੇ ਸਨ। ਸਰਾਏ ਅਮਾਨਤ ਖਾਨ ਦੇ ਨਿਰਮਾਣ ਸਮੇਂ ਜੋ ਮਸਜਿਦ ਤਿਆਰ ਕੀਤੀ ਗਈ ਸੀ, ਉਹ ਅੱਜ ਵੀ ਚੰਗੀ ਹਾਲਤ 'ਚ ਮੌਜੂਦ ਹੈ। ਮਸਜਿਦ ਦੇ ਬਾਹਰ ਖੂਹੀ ਹੈ ਜਿਸ ਨੂੰ ਕਿ ਹੁਣ ਪੂਰ ਦਿੱਤਾ ਗਿਆ ਹੈ, ਪਰੰਤੂ ਖੂਹੀ ਦੀ ਖੂਬਸੂਰਤੀ ਨੂੰ ਮੁਰੰਮਤ ਸਮੇਂ ਕਾਇਮ ਰੱਖਿਆ ਗਿਆ ਹੈ। ਇਸੇ ਖੂਹੀ 'ਚ ਇਸ਼ਨਾਨ ਕਰਕੇ ਯਾਤਰੂ ਮੰਦਿਰ ਤੇ ਮਸਜਿਦ 'ਚ ਜਾਂਦੇ ਸਨ। ਇਸ ਤੋਂ ਇਲਾਵਾ ਸਰਾਏ ਅਮਾਨਤ ਖਾਨ ਦੇ ਨਾਲ ਇੱਕ ਹੋਰ ਵੀ ਅਹਿਮ ਇਤਿਹਾਸਕ ਪੱਖ ਜੁੜਦਾ ਏ। ਜਦੋਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ
ਇਹ ਤਰਨਤਾਰਨ ਨਗਰ ਸਨ 1590 ਦੇ ਵਿੱਚ ਵਸਾਇਆ ਸੀ, ਬਲਕਿ ਮੋੜੀ ਗੱਡੀ ਸੀ ਤੇ ਉਹਨਾਂ ਨੇ ਪਾਵਨ ਸਰੋਵਰ ਦੀ ਖੁਦਵਾਈ ਕੀਤੀ ਤੇ ਖੁਦਵਾਈ ਦੀ ਪਕਿਆਈ ਕਰਨ ਵਾਸਤੇ, ਸਰੋਵਰ ਦੀ ਪਕਿਆਈ ਲਈ ਕੁਝ ਇੱਟਾਂ ਦੇ ਆਵੇ ਚਾੜੇ ਸਨ। ਉਹਨਾਂ ਸਮਿਆਂ ਦੇ ਵਿੱਚ ਇੱਕ ਸ਼ੇਖ ਫਤਿਹ ਹੋਇਆ ਹੈ ਜਿਹੜਾ ਗੁਰੂ ਘਰ ਦਾ ਦੋਖੀ ਸੀ, ਇਹ ਸਖੀ ਸਰਵਰੀਆ ਸੀ। ਔਰ ਇਸ ਸ਼ੇਖ ਫਤਿਹ ਨੇ ਨੂਰਦੀਨ ਨੂੰ ਕਿਹਾ, ਜੋ ਤਰਨਤਾਰਨ ਤੋਂ ਜਦੋਂ ਆਪਾਂ ਝਬਾਲ ਨੂੰ ਆਉਣੇ ਤੇ 4 ਕਿਲੋਮੀਟਰ ਦੀ ਵਿੱਚ ਤੇ ਨਗਰ ਆਉਂਦਾ ਹੈ ਨੂਰਦੀਨ, ਜਿੱਥੋਂ ਦੇ ਮਹਾਕਵੀ ਭਾਈ ਕਵੀ ਸੰਤੋਖ ਸਿੰਘ ਜੀ ਹੋਏ ਨੇ। ਇਹ ਜਿਹੜਾ ਨੂਰਦੀਨ ਸੀ, ਇਹਦਾ ਮੁੰਡਾ ਸੀ ਅਮੀਰਦੀਨ ਤੇ ਅਮਾਨਤ ਖਾਨ ਨੇ ਜਿਹੜੀਆਂ ਇੱਟਾਂ ਸਰੋਵਰ ਤੇ ਲੱਗਣੀਆਂ ਸੀ ਤਰਨਤਾਰਨ ਸਾਹਿਬ ਵਾਲੇ ਤੇ, ਉਹ ਸਾਰੀਆਂ ਇੱਟਾਂ ਚੁਕਵਾ ਕੇ ਲੈਂਦੀਆਂ ਸੀ ਤੇ ਨੂਰ ਦੀ ਪਿੰਡ ਦੇ ਵਿੱਚ ਸਰਾਂ ਬਣਾ ਲਈ ਸੀ। ਪੰਜਵੇਂ ਪਾਤਸ਼ਾਹ ਜੀ ਨੂੰ ਜਿਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਹਾਂ ਕੋਈ ਗੱਲ ਨਹੀਂ, ਇਹ ਇੱਥੋਂ ਦੀਆਂ ਇੱਟਾਂ ਨੇ ਤੇ ਇੱਥੇ ਹੀ ਆਣ ਕੇ ਲੱਗਣਗੀਆਂ। ਸੋ ਜਿਵੇਂ ਜਿਵੇਂ ਅਸੀਂ ਇਤਿਹਾਸ ਨੂੰ ਪੜ੍ਹਦੇ ਜਾਂਦੇ ਹਾਂ ਕਿ 1768 ਦੇ ਵਿੱਚ ਸਰਦਾਰ ਬੁੱਧ ਸਿੰਘ ਫੈਜ਼ਲਪੁਰੀ ਦੀ ਗਵਾਹੀ ਦੇ ਵਿੱਚ ਇਸ ਮਿਸਲ ਨੇ, ਇਹਨਾਂ ਫੌਜਾਂ ਨੇ ਉਹੀ ਇੱਟਾਂ ਸਰਾਂ ਦੀਆਂ ਉਧੇੜ ਕੇ ਸ੍ਰੀ ਤਰਨਤਾਰਨ ਸਾਹਿਬ ਵਾਲੇ ਪਾਵਨ ਸਰੋਵਰ ਤੇ ਲਗਾਈਆਂ ਸਨ। ਕਰੀਬ ਪੌਣੇ 200 ਸਾਲ ਬਾਅਦ ਜਦੋਂ ਇੱਟਾਂ ਉੱਥੋਂ ਚੁਕਾਈਆਂ ਗਈਆਂ ਸਨ ਤੇ ਉਹਦੇ ਵਿੱਚ ਅਮੀਰਦੀਨ ਤੇ ਦੂਸਰੇ ਦਾ ਨਾਮ ਜਿਹੜਾ ਹੈ ਇਹ ਅਮਾਨਤ ਖਾਂ ਕਰਕੇ ਆਉਂਦਾ ਹੈ। ਇਹ ਅਮਾਨਤ ਖਾਂ ਸਰਾਏ ਵੀ ਉਸ ਦੇ ਨਾਮ ਦੇ ਉੱਪਰ ਹੀ ਬਣੀ ਦੱਸੀ ਜਾਂਦੀ ਹੈ। ਸੋ ਮੈਂ ਇਸ ਨਗਰ ਦੇ ਵਿੱਚ ਲੰਮਾ ਸਮਾਂ ਜਿਹੜਾ ਹੈ ਉਹ ਸਰਕਾਰੀ ਸਕੂਲ ਦੇ ਵਿੱਚ ਪੜ੍ਹਦਾ ਰਿਹਾ ਹਾਂ। ਦਿੱਲੀ ਦਰਵਾਜ਼ੇ ਤੇ ਨਿਗਾਹ ਮਾਰਦਿਆਂ ਅੱਜ ਵੀ ਮੀਨਾਕਾਰੀ ਦੇ ਧੁੰਦਲੇ ਜਿਹੇ ਨਿਸ਼ਾਨ ਦਿਸਦੇ ਨੇ। ਅੰਦਰ ਵੜਦਿਆਂ ਹੀ ਦੋਵੇਂ ਦਰਵਾਜ਼ਿਆਂ ਦੇ ਦੋਵੇਂ ਪਾਸੇ ਦੋ ਮੁਸਾਫਰ ਖਾਨੇ ਬਣੇ ਹਨ। ਬਾਜ਼ਾਰ 20 ਫੁੱਟ ਚੌੜਾ ਤੇ ਦੋਹੀਂ ਪਾਸੇ ਮੁੱਖ ਦਰਵਾਜ਼ੇ ਹੋਣ ਕਰਕੇ ਚੱਲਦੀ ਠੰਡੀ ਹਵਾ ਏਸੀ ਨੂੰ ਵੀ ਮਾਤ ਪਾਉਂਦੀ ਹੈ। ਮੁਗਲ ਕਾਲ ਸਮੇਂ ਇੱਥੇ ਬਹੁਤ ਰੌਣਕ ਹੋਇਆ ਕਰਦੀ ਸੀ, ਦੁਕਾਨਾਂ ਸਜਦੀਆਂ ਸਨ, ਪਰੰਤੂ ਹੁਣ ਇਹਨਾਂ ਥਾਵਾਂ ਉੱਪਰ ਨਜਾਇਜ਼ ਕਬਜ਼ੇ ਹੋ ਚੁੱਕੇ ਹਨ ਜੋ ਛੱਡਣ ਤੋਂ ਇਨਕਾਰੀ ਹਨ। ਦਿੱਲੀ ਦਰਵਾਜ਼ੇ ਦਾ ਟੱਠਾ ਮੀਨਾਰ ਬਣਾਉਣ ਤੇ ਦਿੱਲੀ ਲਾਹੌਰ ਦਰਵਾਜ਼ੇ 'ਚ ਸੁਧਾਰ ਕਰਕੇ ਮੀਨਾਕਾਰੀ 'ਚ ਧੁੰਦਲੇ ਪਏ ਨਕਸ਼ਾਂ ਨੂੰ ਉਜਾਗਰ ਕਰਨ ਦੀ ਅੱਜ ਬਹੁਤ ਜ਼ਰੂਰਤ ਹੈ। ਸਰਾਂ ਦੇ ਦਰਵਾਜ਼ਿਆਂ ਦੀਆਂ ਛੱਤਾਂ ਡਾਟ ਦੀਆਂ ਬਣੀਆਂ ਹੋਈਆਂ ਹਨ ਜੋ ਬਹੁਤ ਹੀ ਜ਼ਿਆਦਾ ਮਜ਼ਬੂਤ ਹਨ। ਇਹਨਾਂ ਦੇ ਉੱਪਰ ਜਾਣ ਲਈ ਖਾਸ ਤੌਰ ਤੇ ਪੌੜੀਆਂ ਵੀ ਬਣਾਈਆਂ ਗਈਆਂ ਹਨ। ਅੰਗਰੇਜ਼ ਸਰਕਾਰ ਵੇਲੇ ਹੀ ਇਸ ਵਿਰਾਸਤ ਨੂੰ ਕੌਮੀ ਸੰਪਤੀ ਐਲਾਨ ਦਿੱਤਾ ਗਿਆ, ਜਿਸ ਤੋਂ ਬਾਅਦ ਸਰਾਏ ਅਮਾਨਤ ਖਾਨ ਦੀ ਨਗਰ ਪੰਚਾਇਤ ਅਤੇ ਪੁਰਾਤਤਵ ਵਿਭਾਗ ਵੱਲੋਂ ਇਸ ਅਮੀਰ ਵਿਰਾਸਤ ਦੀ ਦੇਖਭਾਲ ਕੀਤੀ ਜਾ ਰਹੀ ਹੈ। ਪਰ ਜਿੰਨੀ ਅਮੀਰ ਇਹ ਵਿਰਾਸਤ ਸੀ ਉਹਨਾਂ ਟੂਰਿਜ਼ਮ ਵਿਭਾਗ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਸਰਾਏ ਅਮਾਨਤ ਖਾਨ ਦੀ ਸਾਂਭ ਸੰਭਾਲ ਹੁਣ ਪੁਰਾਤਤਵ ਵਿਭਾਗ ਕਰ ਰਿਹਾ ਹੈ। ਪਿੰਡ ਦੇ ਲੋਕਾਂ ਦੇ ਦੱਸਣ ਅਨੁਸਾਰ ਸਰਾਂ ਦੇ ਸੁਧਾਰ ਲਈ ਕਰੋੜਾਂ ਰੁਪਏ ਦੀ ਰਕਮ ਵੀ ਪ੍ਰਾਪਤ ਹੋਈ ਹੈ। ਜਦੋਂ ਸਰਾਂ ਅੰਦਰਲੀ ਸਥਿਤੀ ਵੇਖੀਏ ਤਾਂ ਮੁਰੰਮਤ ਕਰਕੇ ਇਸ ਵਿਰਾਸਤੀ ਇਮਾਰਤ ਦਾ ਸੁਧਾਰ ਹੋਇਆ ਵੀ ਨਜ਼ਰੀ ਪੈਂਦਾ ਏ। ਬੇਸ਼ੱਕ ਕਈ ਲੋਕਾਂ ਵੱਲੋਂ ਇਸ ਅਮੀਰ ਵਿਰਾਸਤ ਤੇ ਕਬਜ਼ੇ ਵੀ ਕੀਤੇ ਗਏ ਹਨ, ਪਰ ਹੁਣ ਪਿੰਡ ਦੀ ਪੰਚਾਇਤ ਵੀ ਇਸ ਪ੍ਰਤੀ ਸਖਤੀ ਦੇ ਰਾਹ 'ਚ ਹੈ। ਸਰ ਉਹਦੇ ਵਾਸਤੇ ਸਰਕਾਰ, ਕੇਂਦਰ ਸਰਕਾਰ ਵੱਲੋਂ ਹਦਾਇਤ ਹੈ ਕਿ ਇਹਦੇ ਵਿੱਚ ਜਿੰਨਾ ਵੀ ਕੋਈ ਪੁਰਾਤਨ ਵਿਭਾਗ ਦਾ ਕੰਮ ਹੈ ਨਾ, ਉਹਦੇ ਅੰਦਰ ਕੋਈ ਕੰਸਟਰਕਸ਼ਨ ਨਹੀਂ ਹੋ ਸਕਦੀ। ਕੋਈ ਕੰਮ ਨਹੀਂ ਇਹਦੇ ਅੰਦਰ ਹੁੰਦਾ। ਜਿੰਨਾ ਪੁਰਾਣੀਆਂ ਰੇਸ਼ਾਂ ਸਿਰਫ ਉਹੀ ਪੁਰਾਣੀਆਂ ਰੇਸ਼ਾਂ ਹੈਗੀਆਂ, ਅੱਗੇ ਕੋਈ ਨਹੀਂ ਵਧੀ। ਜੇ ਵੀ ਕੋਈ ਅੱਗੇ ਕੰਸਟਰਕਸ਼ਨ ਕਰਦਾ ਤੇ ਉਹਨੂੰ ਉਹਦੇ ਰਿਗਾਰਡਿੰਗ ਇੱਕ ਪੰਚਾਇਤ ਨੂੰ ਨੋਟਿਸ ਆਉਂਦਾ ਤੇ ਇੱਕ ਉਹ ਬੰਦੇ ਨੂੰ ਨੋਟਿਸ ਆਉਂਦਾ ਆ ਕਿ ਸਰ ਜਿੱਦਾਂ ਮੰਨ ਲਓ ਕੋਈ ਇਹਨਾਂ ਦੇ ਪੁਰਾਣੇ ਘਰ ਹੀ ਆ ਸਾਰੇ ਤਕਰੀਬਨ ਹੀ, ਜੇ ਮੰਨ ਲਓ ਕੋਈ ਇਹਦੇ ਵਿੱਚ ਨਵੀਂ ਉਸਾਰੀ ਕਰਦਾ ਆ ਤੇ ਉਹਦੇ ਰਿਗਾਰਡਿੰਗ ਆਪਣੇ ਇੱਥੇ ਇੱਕ ਮੁਲਾਜ਼ਮ ਹੈਗੇ ਆ ਵੀਰ, ਉਹ ਜਾ ਕੇ ਥਾਣੇ ਨੂੰ ਇਨਫੋਰਮ ਕਰ ਦਿੰਦਾ ਤੇ ਉਹਦੇ ਕਰਕੇ ਕਾਰਵਾਈ ਹੁੰਦੀ ਉਹਦੇ ਤੇ। ਇਹ ਸਾਰਾ ਪੁਰਾਤਨ ਵਿਭਾਗ ਦੇ ਅੰਡਰ ਹੀ ਹੁੰਦਾ ਹੈ। ਤੇ ਬਾਕੀ ਇਹ ਵੀ ਇਹ ਚੀਜ਼ਾਂ ਜਿਹੜੀਆਂ ਪਹਿਲਾਂ ਬਣੀਆਂ ਸੀ, ਇਹਦੇ ਵਿੱਚ ਦੁਕਾਨਾਂ ਪਈਆਂ ਹੋਈਆਂ ਪਹਿਲਾਂ ਤੇ ਪੁਰਾਣੀ ਇਹ ਸਾਰੀ, ਬਾਅਦ ਚ ਫਿਰ ਸਾਰਾ ਕੁਝ ਚੇਂਜ ਹੋ ਗਿਆ ਦੁਬਾਰੇ
ਬਜ਼ੁਰਗ ਇਹ ਦੱਸਦੇ ਸੀ ਕਿ ਪਹਿਲਾਂ ਇੱਥੇ ਮੁਸਲਮਾਨ ਰਹਿੰਦੇ ਸੀਗੇ। ਜਦੋਂ ਇਹ ਚੀਜ਼ਾਂ ਪਹਿਲਾਂ ਇਹ ਚੀਜ਼ਾਂ ਜਿਹੜੀਆਂ ਬਣੀਆਂ ਵਾ ਇਹ ਮੁਸਲਮਾਨ ਵਰਤਦੇ ਹੁੰਦੇ ਸੀ। ਜਦੋਂ ਬਾਅਦ 'ਚ ਫਿਰ ਮਾਹੌਲ ਖਰਾਬ ਹੋ ਗਿਆ, ਵਾਪਸ ਹੋ ਗਏ। ਬਾਅਦ 'ਚ ਫਿਰ ਇੱਥੇ ਕਾਫੀ ਬਾਜ਼ਾਰ ਚੱਲਦਾ ਰਿਹਾ, ਦੁਕਾਨਾਂ ਪਈਆਂ ਰਹੀਆਂ ਇੱਥੇ। ਫਿਰ ਬਾਅਦ 'ਚ ਜੋ ਸਰਕਾਰ ਨੇ ਉਪਰਾਲਾ ਕੀਤਾ, ਸਰਕਾਰ ਨੇ ਫਿਰ ਇਹਨੂੰ ਮੁਕੰਮਲ ਕਰਕੇ ਪੈਸਾ ਲਾਉਣਾ ਸ਼ੁਰੂ ਕਰਤਾ ਤੇ ਫਿਰ ਹੌਲੀ ਹੌਲੀ ਸਰਕਾਰ ਨੇ ਜਿਹੜੇ ਦੁਕਾਨਾਂ ਸੀ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਪਿਛਾਂਹ ਢਾਤਾ। ਕਾਫੀ ਘਰ ਜਿਹੜੇ ਇੱਥੋਂ ਉੱਠ ਕੇ ਥੋੜ੍ਹੇ ਪਿੱਛੇ ਚੱਲ ਗਏ ਤੇ ਪਹਿਲੀ ਜਿਹੜੇ ਵਿਚਾਰੇ ਬੈਠੇ ਆਪਣਾ ਰਿਹਾਇਸ਼ ਕਰਕੇ ਉਹੀ ਬੰਦੇ ਬੈਠੇ ਆ। ਨਵੀਂ ਰਿਹਾਇਸ਼ ਕਿਸੇ ਨੇ ਕੀਤੀ ਨਹੀਂ ਬਾਅਦ 'ਚ। ਜੇ ਕੋਈ ਕਰਦਾ ਵਾ ਤੇ ਉਹ ਲੈਂਟਰ ਤੋਂ ਉਹਨੂੰ ਡੱਕ ਦਿੰਦੇ ਆ। ਪੰਜਾਬ ਸਰਕਾਰ ਨੇ ਹੁਣ ਇਸ ਦੀ ਸੁਧਾਰ ਲਈ ਜਿਹੜੀ ਜ਼ਿੰਮੇਵਾਰੀ ਆ ਉਹ ਪੁਰਾਤਨ ਵਿਭਾਗ ਨੂੰ ਦਿੱਤੀ ਆ, ਸੈਰ ਸਪਾਟਾ ਵਿਭਾਗ ਨੂੰ ਔਰ ਸਰਕਾਰ ਦੀ। ਔਰ ਉਹਨਾਂ ਨੇ ਪੁਰਾਤਨ ਵਿਭਾਗ ਵੱਲੋਂ ਜਿਹੜਾ ਵਾ ਇਹਦੇ ਵਿੱਚ ਕਾਫੀ ਸੁਧਾਰ ਕੀਤਾ ਗਿਆ ਹੈ ਔਰ ਕੀਤਾ ਜਾ ਰਿਹਾ ਹੈ। ਔਰ ਸਰਕਾਰ ਦੀ ਇਹ ਵੀ ਇੱਛਾ ਹੈ ਕਿ ਸਰਾਏ ਅਮਾਨਤ ਖਾਂ ਨੂੰ ਜਿਹੜਾ ਵਾ ਸੈਰ ਸਪਾਟੇ ਵਜੋਂ ਜਿਹੜਾ ਵਾ ਇਹ ਵਿਕਸਿਤ ਕਰਕੇ ਕੀਤਾ ਜਾਵੇ ਤਾਂ ਜੋ ਜਿਹੜੇ ਬਾਹਰ ਦੇ ਯਾਤਰੂ ਆਉਂਦੇ ਹਨ ਉਹ ਇਹਦਾ ਜਿਹੜਾ ਵਾ ਉਹ ਇਹਦਾ ਰੰਗ ਢੰਗ ਇਹਦਾ ਵੇਖ ਸਕਣ ਔਰ ਜਿਹੜਾ ਵਾ ਇਹਦੇ ਇਤਿਹਾਸ ਤੋਂ ਜਿਹੜਾ ਵਾ ਜਾਣੂ ਹੋ ਸਕਣ। ਔਰ ਮੈਂ ਮਹਿਸੂਸ ਕਰਦਾ ਵਾਂ ਕਿ ਜੇਕਰ ਇਸ ਨੂੰ ਸੈਰ ਸਪਾਟੇ ਵਜੋਂ ਵਿਕਸਿਤ ਕੀਤਾ ਜਾਵੇ ਤਾਂ ਇਹ ਸਰਕਾਰ ਲਈ ਵੀ ਜਿਹੜਾ ਵਾ ਉਹ ਕਾਫੀ ਲਾਹੇਵੰਦ ਰਹੂਗਾ, ਕਿਉਂਕਿ ਬਹੁਤ ਸਾਰੇ ਲੋਕ ਸੈਂਕੜਿਆਂ ਦੀ ਗਿਣਤੀ ਵਿੱਚ ਜਿਹੜੇ ਆ, ਸੈਂਕੜਿਆਂ ਦੀ ਛੱਡ ਕੇ ਹਜ਼ਾਰਾਂ ਦੀ ਗਿਣਤੀ 'ਚ ਆਪਾਂ ਕਹਿ ਸਕਦੇ ਹਾਂ ਕਿ ਹਰ ਰੋਜ਼ ਲੋਕ ਆਪਣੇ ਵਾਹਗਾ ਸਰਹੱਦ 'ਤੇ, ਜਿਹਨੂੰ ਆਪਾਂ ਹੁਣ ਅਟਾਰੀ ਬਾਰਡਰ ਕਹਿੰਦੇ ਆ, ਇਹਦੇ 'ਤੇ ਜਿਹੜਾ ਝੰਡਾ ਉਤਾਰਨ ਦੀ ਰਸਮ ਵੇਖਣ ਵਾਸਤੇ ਜਿਹੜੇ ਲੋਕ ਆਉਂਦੇ ਹਨ। ਔਰ ਇਸ ਤੋਂ ਇਲਾਵਾ ਇੱਥੇ ਤਰਨਤਾਰਨ ਸਾਹਿਬ, ਬੀੜ ਸਾਹਿਬ, ਸੰਨ ਸਾਹਿਬ, ਸਿਆਟਾ ਬਹੁਤ ਹੀ ਜਿਹੜੇ ਆ ਉਹ ਧਾਰਮਿਕ ਅਸਥਾਨ ਹਨ। ਇਹਨਾਂ ਵਿੱਚ ਵੀ ਜਿਹੜੀ ਆ ਸੰਗਤ ਆਉਂਦੀ ਆ ਔਰ ਉਹ ਜਿਹੜੀ ਸੰਗਤ ਆ ਉਹ ਇੱਥੇ ਵੀ ਆ ਸਕਦੀ ਆ ਔਰ ਇਹ ਜਿਹੜੀ ਆ ਸਰਾਏ ਅਮਾਨਤ ਖਾਂ ਇਹ ਸੈਰ ਸਪਾਟੇ ਵਜੋਂ ਜਿਹੜੀ ਆ ਵਿਕਸਿਤ ਹੋ ਸਕਦੀ ਹੈ। ਨੌਜਵਾਨ ਵਰਗ ਦਾ ਇਹ ਰੋਸ ਹੈ ਕਿ ਵਾਹਗਾ ਬਾਰਡਰ ਬਿਲਕੁਲ ਨਜ਼ਦੀਕ ਹੋਣ ਦੇ ਬਾਵਜੂਦ ਵੀ ਟੂਰਿਸਟ ਵਿਭਾਗ ਨੇ ਇਸ ਇਲਾਕੇ ਨੂੰ ਅਣਦੇਖਿਆ ਕੀਤਾ ਹੈ। ਦੇਖੋ ਜੀ, ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਜਿੰਨਾ ਵੀ ਏਰੀਆ, ਜਿਸ ਤਰ੍ਹਾਂ ਵੀ ਵਾਹਗੇ ਨੂੰ ਬੱਸਾਂ ਜਾਂਦੀਆਂ ਵਾ, ਵੀ ਇਸ ਏਰੀਆ ਨੂੰ ਡਿਵੈਲਪ ਕੀਤਾ ਜਾਵੇ। ਵੀ ਜਿਹੜੇ ਜਿੰਨੇ ਵੀ ਯਾਤਰੀ ਜਾਂਦੇ ਆ ਵਾਹਗਾ ਬਾਰਡਰ ਦੇਖਣ ਲਈ, ਅੰਮ੍ਰਿਤਸਰ ਤੋਂ ਸਿੱਧੇ ਜਾਂਦੇ ਆ, ਇਸ ਏਰੀਆ ਦੇ ਵਿੱਚੋਂ ਵੀ ਝਬਾਲ ਤੋਂ ਜਿਸ ਤਰ੍ਹਾਂ ਸੜਕ ਨਿਕਲਦੀ ਆ, ਸਾਰਾ ਬਿਲਕੁਲ ਸਾਫ਼ ਸੁਥਰਾ ਰਸਤਾ ਵਾ। ਇਹਨੂੰ ਡਿਵੈਲਪ ਕੀਤਾ ਜਾਵੇ, ਲੋਕਾਂ ਨੂੰ ਟੂਰਿਜ਼ਮ ਨੂੰ ਇੱਥੇ ਬੜਾਵਾ ਦਿੱਤਾ ਜਾਵੇ। ਇੱਥੇ ਲੋਕ ਆਉਣ ਤੇ ਇੱਥੋਂ ਆਪਣੇ ਪੁਰਾਣੇ ਵਿਰਸੇ ਨਾਲ ਮੁਖਾਤਬ ਹੋ ਸਕਣ। ਵੀ ਜਿਸ ਤਰ੍ਹਾਂ ਇਹਦੀ ਸਰਾਂ ਦੇ ਵਿੱਚ ਵੇਖੋ ਵੀ ਥਾਂ ਤੋਂ ਰਿਪੇਅਰ ਹੋਣ ਵਾਲੀ ਆ, ਹੋਰ ਕੰਮ ਹੋਣ ਵਾਲੇ ਆ, ਵੀ ਨਜਾਇਜ਼ ਕਬਜ਼ੇ ਕੀਤੇ ਆ, ਵੀ ਇਹਨੂੰ ਖਤਮ ਕੀਤਾ ਜਾਣਾ ਚਾਹੀਦਾ ਵਾ। ਅੱਜ ਦੀ ਤਰੀਕ ਦੇ ਵਿੱਚ ਜਿੰਨੇ ਲੋਕ ਹੈਗੇ ਇਸ ਏਰੀਏ ਦੇ ਵਿੱਚ, ਅੱਧਿਓਂ ਜ਼ਿਆਦਾ ਨਸ਼ੇ ਦੇ ਵਿੱਚ ਗਲਗਾਨ ਹੋਏ, ਲੋਕਾਂ ਨੂੰ ਰੋਜ਼ਗਾਰ ਨਹੀਂ ਹੈਗਾ। ਜੇ ਟੂਰਿਜ਼ਮ ਵਧੂਗਾ, ਲੋਕਾਂ ਨੂੰ ਰੋਜ਼ਗਾਰ ਵਧੂਗਾ। ਕਿਹਾ ਜਾਂਦਾ ਹੈ ਕਿ ਮੁਗਲ ਕਾਲ ਦੇ ਦੌਰਾਨ ਸਰਾਂ ਦੇ ਦਰਵਾਜ਼ੇ 8 ਵਜੇ ਬੰਦ ਕਰ ਦਿੱਤੇ ਜਾਂਦੇ ਸਨ ਤੇ ਸਵੇਰੇ 5 ਵਜੇ ਖੋਲ੍ਹੇ ਜਾਂਦੇ ਸਨ, ਪਰ ਹੁਣ ਹਰ ਵੇਲੇ ਇਸ ਸਰਾਂ ਨੂੰ ਵੇਖਿਆ ਜਾ ਸਕਦਾ ਹੈ। ਸਰਾਏ ਅਮਾਨਤ ਖਾਂ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਬਲਾਕ ਗੰਡੀਵਿੰਡ ਵਿੱਚ ਆਉਂਦਾ ਹੈ, ਜਿਸ ਦੀ ਸਬ ਤਹਿਸੀਲ ਝਬਾਲ ਪੈਂਦੀ ਹੈ। ਅੰਮ੍ਰਿਤਸਰ ਤੋਂ ਸਰਾਏ ਅਮਾਨਤ ਖਾਂ ਆਉਣ ਲਈ ਕਰੀਬ 30 ਕਿਲੋਮੀਟਰ ਦਾ ਫਾਸਲਾ ਤੈਅ ਕਰਨਾ ਪੈਂਦਾ ਹੈ। ਵਿਰਾਸਤਨਾਮੇ 'ਚ ਅੱਜ ਅਸੀਂ ਤੁਹਾਨੂੰ ਸੈਰ ਕਰਵਾਈ ਮਾਝੇ ਦੇ ਬਹੁਤ ਹੀ ਇਤਿਹਾਸਕ ਤੇ ਮਸ਼ਹੂਰ ਪਿੰਡ ਸਰਾਏ ਅਮਾਨਤ ਖਾਂ ਦੀ। ਅਗਲੀ ਵਾਰ ਕਿਸੇ ਨਵੀਂ ਥਾਂ ਤੇ ਨਵੇਂ ਲੋਕਾਂ ਦੇ ਨਾਲ ਮੁੜ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਮੈਨੂੰ ਪਰਮਜੀਤ ਸਿੰਘ ਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਲਈ ਤੁਸੀਂ ਇਸੇ ਤਰ੍ਹਾਂ ਬਣੇ ਰਹੋ ABP ਸਾਂਝਾ ਦੇ ਨਾਲ। ਧੰਨਵਾਦ।